गुड मॉर्निंग सेवंथ क्लास। मेरा नाम विकास है और मैं सरकारी सीनियर सैकेंडरी स्कूल मरदापुर विखे मैथ मास्टर हाँ। बेटा ਅੱਜ ਅਸੀਂ ਤੁਹਾਡੀ ਮੈਥ ਦੀ ਕਿਤਾਬ ਦੇ ਅਭਿਆਸ 13.3 ਦੇ ਸਵਾਲ ਹੱਲ ਕਰਾਂਗੇ। ਹੁਣ ਤੱਕ ਤੁਸੀਂ ਘਾਤ ਅੰਕਾਂ ਬਾਰੇ ਸਮਝ ਚੁੱਕੇ ਹੋ, ਚੰਗੀ ਤਰ੍ਹਾਂ ਸਮਝ ਚੁੱਕੇ ਹੋ। ਅੱਜ ਅਸੀਂ ਕਿਸੇ ਵੀ ਸੰਖਿਆ ਦਾ ਵਿਸਤ੍ਰਿਤ ਰੂਪ ਯਾਨੀ ਕਿ ਐਕਸਪੈਂਡਡ ਫਾਰਮ ਜਿਹੜੀ ਹੈ ਉਹਨੂੰ ਉਹਦੇ ਵਿੱਚ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਉਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। तो आओ बेटा ਅਸੀਂ देखिए कि किसी भी संख्या ਨੂੰ एक्सपेंडेड फॉर्म ਦੇ ਵਿੱਚ ਕਿਵੇਂ ਲਿਖਿਆ ਜਾ ਸਕਦਾ ਹੈ। देखो बेटा ਇਹ ਇੱਕ ਸੰਖਿਆ ਹੈ 52 यानी कि 52। ਇਹਦੇ ਇਕਾਈ ਸਥਾਨ ਤੇ ਸਾਡੇ ਕੋਲ ਕਿਹੜਾ ਅੰਕ ਹੈ 2 ਹੈ और ਦਹਾਈ ਸਥਾਨ ਤੇ यानी कि 10th प्लेस ਤੇ ਸਾਡੇ ਕੋਲ ਕਿਹੜਾ ਅੰਕ ਹੈ 5 है। सो 5 और 2 मिलके 52 किस तरह बना देंगे बेटा। इकाई स्थान ਦੇ मतलब है कि ਸਾਡੇ ਕੋਲ इकाइयां किन्नियां है 2 है यानी कि किन्ने वंस ने 2 वंस ने 2 इकाइयां है ਸਾਡੇ ਕੋਲ और दहाई स्थान ਤੇ ਸਾਡੇ ਕੋਲ ਕੀ ਹੈ 5 है बेटा यानी किन्ने टेंस ने ਸਾਡੇ ਕੋਲ 5 ने। सो ਇਹਦੇ ਵਿੱਚ ਅਸੀਂ ਦੇਖਾਂਗੇ ਕਿ 52 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ 50 plus 2 50 plus 2 52 ਹੁੰਦਾ है बेटा। 50 plus 2 ਕੀ ਹੁੰਦਾ ਹੈ 52 ਹੁੰਦਾ है और 50 ਨੂੰ ਅਸੀਂ ਕਿਸ ਤਰ੍ਹਾਂ ਬ੍ਰੇਕ ਕਰ ਸਕਦੇ ਹਾਂ 5 ਦਹਾਈਆਂ ਹੁੰਦੀਆਂ बेटा 5 10s ਹੁੰਦੇ ਆ। ਸੋ ਇਹ ਕਿੰਨਾ ਹੋ ਜਾਏਗਾ 5 × 10 और ਸਾਡੇ ਕੋਲ ਇਕਾਈਆਂ ਕਿੰਨੀਆਂ ਹੁੰਦੀਆਂ ਮੈਂ ਉਹ ਇੱਥੇ ਸਾਡੇ ਕੋਲ 2 ਇਕਾਈਆਂ ਹੈ 2 ਵਨਸ ਹੈਗੇ ਆ ਸਾਡੇ ਕੋਲ। ਸੋ 2 × ਕੀ ਹੋ ਜਾਏਗਾ 1 ਹੋ ਜਾਏਗਾ। ਸੋ 52 ਦਾ ਵਿਸਤ੍ਰਿਤ ਰੂਪ ਤੁਹਾਡੇ ਸਾਹਮਣੇ ਹੈ बेटा। और विस्तृत रूप ਹੁੰਦਾ ਕੀ ਹੈ बेटा ਉਹ ਕਿਸੇ ਵੀ ਸੰਖਿਆ ਦੇ ਕਿਸੇ ਵੀ ਨੰਬਰ ਦੀ ਪਲੇਸ ਵੈਲਿਊਜ਼ ਉਹਦੇ ਅੰਕਾਂ ਦੀ ਪਲੇਸ ਵੈਲਿਊ ਯਾਨੀ ਕਿ ਉਹਦੇ ਅੰਕਾਂ ਦਾ ਸਥਾਨਿਕ ਮੁੱਲ ਉਹਨਾਂ ਦਾ ਜੋੜ ਹੁੰਦਾ ਹੈ। ਸੋ ਸਾਡੇ ਕੋਲ 2 ਦਾ ਸਥਾਨਕ ਮੁੱਲ ਕੀ ਹੈ ਸਾਡੇ ਕੋਲ 2 ਦਾ ਸਥਾਨਕ ਮੁੱਲ 2 ਹੈ और 5 ਦਾ ਸਥਾਨਕ ਮੁੱਲ ਕੀ ਹੈ ਸਾਡੇ ਕੋਲ 5 ਦਾ ਸਥਾਨਕ ਮੁੱਲ 50 ਹੈ। और ਉਹਨੂੰ ਅਸੀਂ ਫਰਦਰ ਬ੍ਰੇਕ ਕਰ ਦਿੰਦੇ ਆ 50 ਕਿਵੇਂ ਆਉਂਦਾ ਹੈ 5 × 10 50 ਹੁੰਦਾ ਹੈ 2 ਏਕਮ 2 ਹੁੰਦਾ ਹੈ। ਤੇ ਜੇ ਅਸੀਂ ਇਹਨੂੰ 10 ਦੀ ਘਾਤ ਦੇ ਰੂਪ ਦੇ ਵਿੱਚ ਲਿਖਣਾ ਹੈ ਤੇ ਇਹ ਕੀ ਬਣ ਜਾਏਗਾ बेटा 5 × 10 ਦੀ ਘਾਤ 1 plus 2 × 10 ਦੀ ਘਾਤ 0। ਇੱਥੇ 10 ਦੀ ਘਾਤ 0 ਕਿਉਂ ਆਇਆ ਕਿਉਂਕਿ ਕਿਸੇ ਵੀ ਸੰਖਿਆ ਦੀ ਘਾਤ ਜੇ 0 ਹੋਵੇ ਤੇ ਉਹ ਕਿਹਦੇ ਬਰਾਬਰ ਹੁੰਦਾ ਹੈ 1 ਦੇ ਬਰਾਬਰ ਹੁੰਦਾ ਹੈ बेटा। ਸੋ ਇਹ ਸਾਡੇ ਕੋਲ 52 ਦਾ ਕੀ ਆ ਗਿਆ ਵਿਸਤ੍ਰਿਤ ਰੂਪ ਆ ਗਿਆ। ਆਓ ਅਸੀਂ ਹੁਣ ਇੱਕ ਐਕਟੀਵਿਟੀ ਦੇ ਰਾਹੀਂ ਇਹਨਾਂ ਨੂੰ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ। 7th ਕਲਾਸ आओ बेटा ਹੁਣ ਅਸੀਂ ਇੱਕ ਐਕਟੀਵਿਟੀ ਰਾਹੀਂ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਯਾਨੀ ਕਿ ਐਕਸਪੈਂਡਡ ਫਾਰਮ ਅਸੀਂ ਸਮਝਾਂਗੇ। ਸਭ ਤੋਂ ਪਹਿਲੇ ਇਹ ਦੇਖੋ ਪੁੱਤਰ ਕਿ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਯਾਨੀ ਕਿ ਐਕਸਪੈਂਡਡ ਫਾਰਮ ਹੁੰਦੀ ਕੀ ਹੈ। ਤੁਹਾਨੂੰ ਕੋਈ ਵੀ ਸੰਖਿਆ ਦਿੱਤੀ ਹੋਈ ਹੈ बेटा ਉਸ ਸੰਖਿਆ ਦੇ ਅੰਕਾਂ ਦੀ ਪਲੇਸ ਵੈਲਿਊ ਯਾਨੀ ਕਿ ਸਥਾਨਿਕ ਮੁੱਲਾਂ ਦਾ ਜੋੜ ਜਿਹੜਾ ਹੈ ਉਹ ਕੀ ਹੁੰਦਾ ਹੈ ਉਹਦੀ ਐਕਸਪੈਂਡਡ ਫਾਰਮ ਹੁੰਦੀ ਹੈ। ਸੋ ਅਸੀਂ ਇੱਥੇ ਦੇਖਾਂਗੇ ਕਿ ਤੁਹਾਨੂੰ ਕਿਹੜੀ ਸੰਖਿਆ ਦਿੱਤੀ ਹੋਈ ਹੈ। ਇਕਾਈ ਸਥਾਨ ਤੇ 3 ਹੈ ਦਹਾਈ ਸਥਾਨ ਤੇ 8 ਹੈ ਇਹ ਸੈਂਕੜਾ ਯਾਨੀ 100th ਪਲੇਸ ਤੇ ਤੁਹਾਡੇ ਕੋਲ 7 ਹੈ 1000th ਪਲੇਸ ਤੇ ਤੁਹਾਡੇ ਕੋਲ 1 ਹੈ 10000 ਯਾਨੀ 10000 ਪਲੇਸ ਤੇ ਤੁਹਾਡੇ ਕੋਲ 4 ਹੈ और ਲੱਖ ਯਾਨੀ ਕਿ ਲੱਖ ਪਲੇਸ ਤੇ ਤੁਹਾਡੇ ਕੋਲ ਕੀ ਹੈ 6 ਹੈ। ਸੋ ਸਾਡੇ ਕੋਲ ਸੰਖਿਆ ਕਿਹੜੀ ਬਣ ਜਾਂਦੀ ਹੈ बेटा ਸਾਡੇ ਕੋਲ ਸੰਖਿਆ ਬਣ ਜਾਂਦੀ ਹੈ 6,41,783। ਹੁਣ ਅਸੀਂ ਇਹਦਾ ਵਿਸਤ੍ਰਿਤ ਰੂਪ ਦੇਖਣਾ ਹੈ ਯਾਨੀ ਕਿ ਐਕਸਪੈਂਡਡ ਫਾਰਮ ਦੇਖਣੀ ਹੈ बेटा। ਇਹਦੇ ਇਕਾਈ ਸਥਾਨ ਤੇ ਤੁਸੀਂ ਦੇਖੋ ਇਹਦੇ ਇਕਾਈ ਸਥਾਨ ਤੇ ਕਿਹੜਾ ਅੰਕ ਹੈ 3। ਇਹਦੇ ਅੱਗੇ ਸੱਜੇ ਪਾਸੇ ਕੋਈ ਡਿਜਿਟ ਨਹੀਂ ਹੈ। ਸੋ ਇਕਾਈ ਸਥਾਨ ਤੇ ਜਿਹੜਾ ਪਲੇਸ ਹੈ 3 ਹੈ ਤੁਹਾਡੇ ਕੋਲ ਜਿਹੜੀ ਅੰਕ ਹੈ ਉਹਦੀ ਪਲੇਸ ਵੈਲਿਊ ਯਾਨੀ ਕਿ ਸਥਾਨਕ ਮੁੱਲ ਸਾਡੇ ਕੋਲ ਕੀ ਹੋਏਗਾ 3 ਬਣੇਗਾ बेटा। ਸੋ ਇਹਦਾ ਸਥਾਨਕ ਮੁੱਲ ਸਾਡੇ ਕੋਲ ਕੀ ਹੋਏਗਾ 3। ਹੁਣ ਦਹਾਈ ਸਥਾਨ ਤੇ ਤੁਸੀਂ ਦੇਖੋ ਦਹਾਈ ਸਥਾਨ ਤੇ ਯਾਨੀ ਕਿ ਅੱਗੇ 10th ਪਲੇਸ ਤੇ ਕਿਹੜਾ ਡਿਜਿਟ ਹੈ ਸਾਡੇ ਕੋਲ 8 ਹੈ। ਸੋ ਕਿਉਂਕਿ ਦਹਾਈ ਸਥਾਨ ਤੇ 8 ਹੈ ਯਾਨੀ ਕਿ ਸਾਡੇ ਕੋਲ 8 10s ਹੈਗੇ ਆ बेटा 8 ਦਹਾਈਆਂ ਹੈ। ਸੋ ਇਹਦੀ ਜਿਹੜੀ ਪਲੇਸ ਵੈਲਿਊ ਹੈ ਯਾਨੀ ਕਿ ਇਹਦਾ ਜਿਹੜਾ ਸਥਾਨਕ ਮੁੱਲ ਹੈ ਉਹ ਸਾਡੇ ਕੋਲ ਕੀ ਬਣ ਜਾਏਗਾ ਇਹ ਦੇਖੋ बेटा ਕੀ ਬਣ ਗਿਆ ਸਾਡੇ ਕੋਲ 8080 ਬਣ ਗਿਆ बेटा। ਸੋ ਇਹ ਦੇਖੋ ਇਹ ਸਾਡੇ ਕੋਲ ਕੀ ਸੀਗਾ 3 ਦੀ ਪਲੇਸ ਵੈਲਿਊ यानी कि स्थानक मूल और यह साडे कोल की है 8 दी प्लेस वैल्यू यानी कि स्थानक मूल साडे कोल की आ गया 80 आ गया बेटा। हुन अगला अंक केड़ा है यस बिल्कुल सही 7 और केड़े प्लेस पे है 7
100 प्लेस ते यानी कि सैकड़े दे नीचे है 7। सो यह की बनता पिया है 783 बन रहा है। सो 783 7 दे अगे किन्ने अंक लगे हुए हैं 2 अंक लगे हुए हैं 8 और 3। सो 7 दी प्लेस वैल्यू जड़ी है स्थानक मूल 7 का कितना आ जाएगा बेटा तुसी ये देखो 700। सो इत्थे साडे कोल 7 दी प्लेस वैल्यू 700 यानी कि की आ गया 700 आ गया बेटा। हुन 7 तो अगे खब्बे पासे 1000 यानी कि 1000 ठीक है। सो की है उथे अंक 1 तो यह की बनेगा 1783। सो 1 दे राइट साइड से 1 2 3 3 डिजिट है। सो साडे कोल 1 दी जड़ी प्लेस वैल्यू यानी कि स्थानिक मूल की आ जाएगा 1 लिख के 000 ओ की आ गया साडे कोल 1000 आ गया बेटा। बिल्कुल सही है देखो 1000 आ गया। अगला अंक केड़ा बेटा केड़ा 4 और ओ देखो किधे नीचे है केड़े किथे है 4 वेरी गुड 10,000 10,000 दे नीचे है। हुण इनू इकट्ठा पढ़ोगे की बनेगा 41,783 41,783। सो बेटा 4 दे अगे किन्ने अंक ने 1 2 3 और 4। सो साडे कोल 4 दी प्लेस वैल्यू यानी स्थानक मूल कितना बन जाएगा बेटा ओ तुसी देखो ए देखो साडे कोल 4 दी प्लेस वैल्यू साडे कोल कितनी आ गई 40,000 साडे कोल है की बन गया 40,000 बन गया 40,000। सो अगला साडे कोल की है 6 ठीक है। ए किदे नीचे है लैक्स लख दे नीचे है बेटा। सो साडे कोल संख्या की बन रही है 6,41,783 और 6 दी प्लेस वैल्यू यानी स्थानक मूल की बनेगा 6 दी प्लेस वैल्यू यानी स्थानक मूल साडे कोल बनेगा ए देखो 6 लिख के किन्ने अंक सी 1 2 3 4 5 6 लिख के 0 0 0 0 और 0 6 लिख के 5 जीरो आ जाएंगियां यानी कि इत्थे 6 दी जड़ी प्लेस वैल्यू यानी स्थानक मूल है साडे कोल कितना है 6 लाख है बेटा। सो ए देखो ए तुहाडे सामने की आ गई एक्सपेंडेड फॉर्म यानी कि तुहानू जड़ी संख्या दित्ती हुई सी 6,41,783। सो ओदे सारे अंकां दा 6 दा स्थानिक मूल 6 लाख 4 दा स्थानिक मूल कितना आ गया 40,000 1 दा स्थानिक मूल यानी कि प्लेस वैल्यू 1000 आ गई 7 दा स्थानिक मूल कितना आ गया 700 8 दा स्थानिक मूल कितना आ गया 80 और 3 दी प्लेस वैल्यू कितनी आ गई 300। इन्ना सारे अंकां दा जोड़ जड़ा है वो की हुंदा है उस दित्ती हुई संख्या दा की हुंदा है एक्सपेंडेड फॉर्म हुंदी है यानी कि विस्तृत रूप हुंदा है ठीक है पुत्र। सो आओ असीं इहनूं अगे करदे हां। साडे कोल 6 लाख है बेटा। सो 6 लाख किवें बनेगा जदों असीं 6 नूं गुना करांगे 1 लाख नाल 1 2 3 4 ए साडे कोल किन्ने बन गए बेटा 1 2 3 4 5 ए साडे कोल की बन गए 1 लाख। सो 6 गुना 1 लाख। हुण 4 नूं गुना करना है कितनियां जीरोज लगी हैं 1 2 3 4। सो 1 लिख के कितनी जीरोज लगनगियां 1 2 3 और 4 जीरोज लगनगियां बेटा। सो 40,000 4 नूं 10,000 नाल गुना करांगे ते की बन जाएगा 40,000। अगे की है 1,000 1 नूं किदे नाल गुना करांगे 1,000 दे नाल गुना करांगे 3 जीरोज लगनगियां बेटा साडे कोल की आ जाएगा 1,000 आ जाएगा। उस तो अगे की है 700 ते 7 नूं किदे नाल गुना करांगे असी 100 नाल 2 जीरोज लगनगियां बेटा की आ जाएगा साडे कोल 700। एदे बाद की आएगा बच्चे 8 नूं किदे नाल गुना करांगे 10 नाल 8 दा की हुंदा है 80 और 3 नूं किदे नाल गुना करांगे 1 नाल 3 एकम की आ जाएगा 3 आ जाएगा। सो बेटा ए एक्सपेंडेड फॉर्म ही है अगे ओनू असी होर खोल दिता और हुण असी इहनू 10 दी घात दे रूप दे विच सारे जड़े अंक है इन्हां नूं किदे विच लिखांगे 10 दी घात दे अंक दे ओदे रूप दे विच लिखांगे। तुसी ऑलरेडी पढ़ चुके हो समझ चुके हो। सो असी इत्थे देखो 6 गुना 1 लिख के 10 तो 0 गिनो 1 2 3 4 5 सो 10 दी घात की बनेगी 5 बनेगी। सो 7th क्लास ए देखो बेटा 1 लाख है जड़ा ए तुहाडा 1 लाख बनदा पिया है। सो ए 1 लाख किवें आंदा है 10 गुना 10 गुना 10 गुना 10 गुना 10
ਇਹ ਕਿੰਨੀ ਵਾਰੀ 10 ਆ ਰਿਹਾ ਤੁਹਾਡੇ ਕੋਲ 5 ਵਾਰੀ। ਸੋ ਇੱਥੇ ਕੀ ਆ ਜਾਏਗਾ 10 ਦੀ ਘਾਤ ਕਿੰਨੀ ਆ ਜਾਏਗੀ ਬੇਟਾ 5 आ जाएगी। 10 की घात कितनी आ जाएगी 5। उसे तरह ही साडे कोल 4 गुना 10 की घात 0 गिनो 1 2 3 ते 4 प्लस 1 गुना इथे 10 की घात कितनी आ जाएगी 3 प्लस 7 गुना 100। 10 का 100 होता है 10 कितनी बारी आ जाएगा बेटा 2 बारी प्लस 8 गुना 10 की घात कितनी आ जाएगी 1 और प्लस 3 गुना 1। सो 1 ਨੂੰ ਤੁਸੀਂ ਕਿਸ ਤਰ੍ਹਾਂ ਲਿਖ ਸਕਦੇ ਹੋ 10 ਦੀ ਘਾਤ ਦੇ ਰੂਪ ਦੇ ਵਿੱਚ ਲਿਖਣਾ ਹੈ ਤੇ ਅਸੀਂ ਇੱਥੇ ਲਿਖ ਸਕਦੇ ਹਾਂ 3 ਗੁਣਾ 10 ਦੀ ਘਾਤ 0 ਕਿਉਂਕਿ ਕਿਸੇ ਵੀ ਅੰਕ ਨੂੰ ਜੇ ਅਸੀਂ 1 ਦੇ ਰੂਪ ਦੇ ਵਿੱਚ ਉਹ ਕਿਸ ਤਰ੍ਹਾਂ ਕੋਈ ਵੀ ਅੰਕ ਹੋਵੇ ਚਾਹੇ ਉਹ 5 ਦੀ ਘਾਤ 0 ਹੈ ਤਦ ਵੀ ਉਹ 1 ਹੁੰਦਾ ਹੈ 10 ਦੀ ਘਾਤ 0 ਹੈ तद भी वो 1 ਹੁੰਦਾ है। इस तरह असी बेटा जी यह संख्या का विस्तृत रूप लिखता ते नाल ही नाल उन्होंने किदे च लिखता 10 की घात के रूप दे विच लिखता। यह तुहाडा की आ गया आंसर आ गया। मैनू उम्मीद है कि इस एक्टिविटी दे मदद दे नाल तुहानू यह सवाल जिहड़ा है अच्छी तरह समझ आ गया होएगा। ते आओ असी हुण अभ्यास दे कुछ सवाल जिहड़े है वो हल करने की कोशिश करते हैं। आओ बेटा एक होर एक्टिविटी दे राही असी संख्यावां दे विस्तृत रूप नूं यानी कि एक्सपेंडेड फॉर्म नूं समझण दी कोशिश करते हैं। ए देखो बेटा मेरे सामने एक संख्या लिखी हुई है तुहाडे सामने ए देखो ए संख्या नूं पढ़न दी कोशिश करो। ए संख्या है 713546 यानी कि 7,13,546। सो असी एदा एक्सपेंडेड फॉर्म पता करन दी कोशिश करांगे बेटा ध्यान देना जरा। तुसी देखो इस संख्या दे इकाई स्थान ते केड़ा अंक है यूनिट प्लेस ते केड़ा अंक है 6। सो एदी प्लेस वैल्यू जड़ी है वो की होएगी 6 होएगी। स्थानक मूल की हैगा वह 6 है। हुण एदा टेंस प्लेस देखो बेटा दहाई स्थान ते अंक देखो वो की है तुहाडे कोल 4। सो 4 और 6 मिलके की बनांदा वह 46 बनांदा है। सो दहाई स्थान ते दा मतलब 4 टेंस है यानी दहाइयां कितनियां में 4 दहाइयां वह 4 दाया 40। सो एदी जड़ी प्लेस वैल्यू है वो बेटा की होएगी 40 होएगी। सो 40 प्लस 6 ए देखो 40 प्लस 6 किन्ने बनते हैं 46। हुण तुसी अगे देखो तीसरे नंबर ते साडे कोल केड़ा अंक है वो हैगा वह 5। सो जदों असीं इहनूं इकट्ठा पढ़दे हां ते इह की बनदा वह 546 बनदा वह। सो साडे कोल 6 दी फेस वैल्यू जड़ी है वो तो 6 होंदी है। प्लेस वैल्यू भी जड़ी की है वो की है इत्थे 6 क्योंकि 6 कित्थे है इकाई स्थान ते है। सो 4 दी प्लेस वैल्यू यानी 4 दा स्थानक मूल साडे कोल की आ गया 40। 5 दे अगे साडे कोल 2 डिजिट सीगे 4 और 6। सो 5 दी जड़ी प्लेस वैल्यू है यानी स्थानक मूल की है वो की हो गया 500 हो गया बेटा। तुसी इत्थे देखो 500 500 प्लस 40 40 प्लस 6। हुण साडे कोल अगला अंक यानी कि 1000 ओदे की केड़ा वे अंक साडे कोल 3 है बेटा केड़ा हैगा 3। सो 3 दे अगे किन्ने डिजिट सीगे साडे कोल ए बनदा सीगा 3546 बनदा पिया सीगा। सो 3 दे अगे किन्ने अंक सीगे 1 2 और 3। सो इस करके 3000 दी जड़ी साडे कोल प्लेस वैल्यू यानी कि स्थानक मूल्य है वो साडे कोल की बन जाएगा 3000। सो साडे कोल देखो यह की बन गया 3000 प्लस 500 500 प्लस 40 40 प्लस 6। हुण साडे कोल इसते अगे केड़ा हैगा अंक साडे कोल 1 है बेटा। सो ए नंबर जड़ा सीगा तुहाडे सामने वो केड़ा बनदा पिया सीगा 13546। असीं हुण इहनूं नहीं देखदे पे ठीक है ना। सो साडे कोल नंबर कितना बनया 13546। सो 1 दे अगे किन्ने अंक ने 1 2 3 और 4। सो एदी जड़ी प्लेस वैल्यू यानी स्थानक मूल्य होएगा 1 दे अगे किन्नियां 0 आ जाणगियां 4 आ जाणगियां बेटा। ए देखो सो साडे कोल 1 दे अगे ए देखो किन्नियां 0 आ गईयां 1 2 3 और 4 zeros आ गईयां बेटा। सो 1 दी जड़ी प्लेस वैल्यू यानी स्थानक मूल्य साडे कोल की आ गया देखो ए साडे कोल आ गया 10,000 आ गया। कितना आ गया
10,000 और इथों तक ए देखो 10,000 10,000 प्लस 3,000 3,000 प्लस 500 500 प्लस 40 40 प्लस 6 और साडे कोल सब तो आखिरी अंक केड़ा सीगा बेटा ओ सीगा 7। सो ए जेड़ा नंबर साडे कोल बन रहा सीगा ओ की बनदा पिया सीगा बेटा 7,13,546 बनदा पिया सी। सो 7 दे अगे साडे कोल किन्ने अंक है बेटा? वेरी गुड, किन्ने अंक ने? 5 अंक ने। देखो 1 2 3 4 5। सो 7 दी जड़ी साडे कोल प्लेस वैल्यू आएगी, स्थानक मूल आएगा, वो किन्ना आ जाएगा बेटा? 7 दे अगे साडे कोल किन्नियां जीरोज लग गईयां? ए देखो 1 2 3 4 ते 5 जीरोज लग गईयां। ए 7 लाख बनया। जमा दा निशान अगे साडे कोल 10,000 फिर प्लस दा निशान अगे साडे कोल 3,000 फिर प्लस दा निशान अगे साडे कोल 500 फिर प्लस दा निशान फिर 40 और फिर की आ गया साडे कोल 6 आ गया। सो ए तुहाडे कोल जेड़ा ए संख्या दित्ती सीगी बेटा 7,13,546 ए ओदी की है? एक्सपेंडेड फॉर्म है, ओदा की है? विस्तृत रूप है। ठीक है बेटा, ते असी एनू हुण बोर्ड उत्ते करके देख लेने एक बारी और फिर उन्होंने उसी तरह ही 10 दे घात दे रूप दे विच ही लिखांगे। ए देखो बेटा साडे कोल की आ जाएगा 7 गुना, इस तो पहले असी की करते हैं जिस तरह पहले लिखा सीगा उसी तरह लिखांगे बेटा। देखो 1 2 3 4 5 1 2 3 4 5। सो ए की बन गया साडे कोल 7 लाख बन गया बेटा। उस तो बाद 1 1 2 3 4 1 2 3 4। सो ए की आ गया साडे कोल 10,000 प्लस 3,000 प्लस साडे कोल अगे की आ गया 500 प्लस अगे की आ गया 40 और अगे की आ गया साडे कोल 6 आ गया बेटा। सो 6 नु तुसी किस तरह लिख सकते हो? 6 एकम 6। सो ए साडे कोल की बनेगा बेटा 7 गुना 1 लाख 1 2 3 4 5 प्लस 1 गुना 1 2 3 4 10,000 ही बनेगा प्लस 3 गुना 1,000 प्लस 5 गुना 100 प्लस 4 गुना 10 जमा 6 गुना 1। और जिस तरह असी बेटा पहले किया सीगा ओनू 10 दी घात दे रूप दे विच लिखना 7 गुना 10 दी घात 1 2 3 4 5। सो 10 कितनी बारी आ गया साडे कोल? 5 बारी। 1 गुना 10 दी घात 1 2 3 4 10 कितनी बारी आ गया? 4 बारी। 3 गुना 10 1 2 3 10 दी घात कितनी आ गई? 3। 5 गुना 10 दी घात कितनी आ गई बेटा? 2 जमा 4 गुना 10 दी घात कितनी आ गई? 1। क्योंकि 10 है ना, 10 एकम 10। सो किसी संख्या की घात 1 होंदी है, जदों वही नंबर असी लिखना होंदा सी ओदी घात कितनी लिख देने आ? 1 लिख देने आ। और सब तो इंपॉर्टेंट की है साडे कोल? 6 गुना 10 दी घात। सो क्योंकि इत्थे 1 है, जिस तरह मैं तुहानू पहले समझा चुका हूं, इत्थे की आ जाएगा 10 दी घात कितनी आ जाएगी बेटा? 0 आ जाएगी। सो 2 एक्टिविटीज असी इस दे रिलेटेड कर लिया। मैनू उम्मीद है कि तुहानू अच्छी तरह बेटा हुण इहदा विस्तृत रूप समझ आ गया होगा। ते असी हुण अभ्यास दे सवाल जड़े आ वो हल करांगे और मैनू पता है कि तुसी सारे फटाफट मेरे सॉल्व करन तो पहले तुसी अपनी कॉपी ते सवाल हल कर लोगे। तो आओ बेटा असी अभ्यास दे सवाल हल करिए। आओ 7th क्लास हुण असी मिलके कुछ सवाल हल करते हैं और संख्यावां दा विस्तृत रूप पता करते हैं। तुहाडे सामने यह सवाल है, संख्या दी हुई है, चलो इनू हल करिए। इकाई, दहाई, सैकड़ा, हजार, 10,000। सो ए की बनदा पे? केड़ी संख्या है बेटा ए वाली? गुड, 47,561। सो जदों तुसी विस्तृत रूप लिखना है 47,000। सो इत्थे की है? सब तो पहले की है साडे कोल 4 और 4 दे अगे किन्ने अंक लिखे हुए हैं? 1 2 3 4। सो असी की लिखांगे 1 2 3 और 4 जीरोस बेटा असी ओदियां लिख लांगे, क्योंकि 4 का स्थानक मूल साडे कोल कितना आ जाएगा? 40,000 आ जाएगा। जमा 7। हुण असी 7 का स्थानक मूल लिखना है। 7 लिख के असी ओदे अगे अंक लिखांगे 1 2 3। सो
ਸੋ ਸਾਡੇ ਕੋਲ ਕਿੰਨਾ ਆ ਜਾਏਗਾ 1 2 3 7000 ਆ ਗਿਆ ਬੇਟਾ 5 ਦੀ ਪਲੇਸ ਵੈਲਿਊ ਯਾਨੀ ਕਿ ਸਥਾਨਕ ਮੁੱਲ। ਸੋ 5 ਦੇ ਅੱਗੇ ਅਸੀਂ ਕਿੰਨੀ ਜ਼ੀਰੋਜ਼ ਲਗਾਵਾਂਗੇ 2 ਜ਼ੀਰੋਜ਼। ਵੈਰੀ ਗੁੱਡ, ਕਿਉਂਕਿ ਕੀ ਸੀਗਾ 561 ਸੀਗਾ। ਸੋ 5 ਦੇ ਅੱਗੇ ਅਸੀਂ ਕਿੰਨੀਆਂ ਜ਼ੀਰੋਜ਼ ਲਗਾਤੀਆਂ 2 ਜ਼ੀਰੋਜ਼ ਲਗਾਤੀਆਂ। ਹੁਣ ਉਸ ਤੋਂ ਬਾਅਦ ਅੱਗੇ ਕਿਹੜਾ ਅੰਕ ਹੈ 6 ਔਰ 6 ਦੇ ਅੱਗੇ ਕਿੰਨੇ ਅੰਕ ਦਿੱਤੇ ਹੋਏ ਹੈ ਇੱਕ ਡਿਜਿਟ ਹੈ 1। ਸੋ ਸਾਡੇ ਕੋਲ ਉਹ ਕੀ ਆ ਜਾਏਗਾ ਸਾਡੇ ਕੋਲ ਕੀ ਆ ਜਾਏਗਾ 60 ਔਰ 60 ਦੇ ਅੱਗੇ ਕੀ ਆ ਜਾਏਗਾ ਸਾਡੇ ਕੋਲ 1। ਸੋ ਇਹ ਦੇਖੋ ਬੇਟਾ 1 ਦੀ ਪਲੇਸ ਵੈਲਿਊ 1 6 ਦੀ ਪਲੇਸ ਵੈਲਿਊ 60 5 ਦੀ ਪਲੇਸ ਵੈਲਿਊ ਯਾਨੀ ਕਿ ਸਥਾਨਕ ਮੁੱਲ ਕਿੰਨਾ ਹੋ ਗਿਆ 500 7 ਦੀ ਕਿੰਨੀ ਹੋ ਗਈ 7000 और 4 ਦੀ ਕਿੰਨੀ ਹੋ ਗਈ 40000। ਦੇਖੋ 40000 7000 500 60 और 1। ਹੁਣ ਅਸੀਂ ਇਹਨੂੰ ਲਿਖਾਂਗੇ 4 ਗੁਣਾ 10000 प्लस 7000। 7 ਨੂੰ ਕਿਹਦੇ ਨਾਲ ਗੁਣਾ ਕਰਾਂਗੇ यस 1000 ਦੇ ਨਾਲ। ਤਦਿਓ 7000 ਬਣੇਗਾ ਨਾ 7 ਗੁਣਾ 1000 और 5 ਨੂੰ ਕਿਹਦੇ ਨਾਲ ਗੁਣਾ ਕਰਾਂਗੇ 100 ਨਾਲ। ਹੁਣ ਸਮਝ ਲੱਗਣੀ ਸ਼ੁਰੂ ਹੋ ਗਈ ਹੈ ਸਾਰਿਆਂ ਨੂੰ, ਠੀਕ ਹੈ ਨਾ। 6 ਨੂੰ ਕਿਹਦੇ ਨਾਲ ਕਰਾਂਗੇ ਵਾਹ ਜੀ ਵਾਹ। ਕੁਝ ਬੱਚਿਆਂ ਨੇ ਤੇ ਕਾਪੀ ਤੇ ਮੇਰੇ ਤੋਂ ਪਹਿਲੇ ਸਟੇਟਮੈਂਟ ਲਿਖਦੇ ਨਾਲ ਹੀ ਸਵਾਲ ਸੋਲਵ ਕਰਕੇ ਰੱਖ ਲਿਆ ਹੋਇਆ। ਬਹੁਤ ਅੱਛੇ ਬੱਚੇ। ਇਹਦਾ ਮਤਲਬ ਕੀ ਹੈ ਕਿ ਤੁਹਾਨੂੰ ਇਹ ਕਨਸੈਪਟ ਦੀ ਸਮਝ ਆਣੀ ਸ਼ੁਰੂ ਹੋ ਗਈ ਹੈ। ਸੋ ਹੁਣ ਅਸੀਂ ਇੱਥੇ 4 ਗੁਣਾ ਦੇਖੋ ਬੇਟਾ ਕਿੰਨੀਆਂ ਜ਼ੀਰੋਜ਼ ਹੈ 1 2 3 4। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਮਝਾਇਆ ਸੀਗਾ ਅਸੀਂ 10 ਦੀ ਘਾਤ ਕੀ ਲਿਖਾਂਗੇ 4, ਕਿਉਂਕਿ ਇਹ ਜਿਹੜਾ 10000 ਹੈ ਇਹ ਕਿਸ ਤਰ੍ਹਾਂ ਬਣਦਾ ਬੇਟਾ 10 ਗੁਣਾ 10 ਗੁਣਾ 10 ਗੁਣਾ 10। ਇਹ 10 ਦਾ ਆ ਕਿੰਨੇ ਹੋ ਗਏ 100 100 ਦਾ ਆ ਕਿੰਨੇ ਹੋ ਗਏ 1000 1000 ਨੂੰ 10 ਨਾਲ ਕਰੋਗੇ ਤੇ ਕਿੰਨੇ ਹੋ ਜਾਣਗੇ 10000 ਹੋ ਜਾਣਗੇ ਬੇਟਾ। ਸੋ ਇਹ ਸਾਡੇ ਕੋਲ 4 ਗੁਣਾ 10 ਦੀ ਘਾਤ 4 प्लस 7 गुना ਇੱਥੇ ਕਿੰਨੀਆਂ ਜ਼ੀਰੋਜ਼ ਹੈ 1 2 ਤੇ 3 5 गुना 10 ਦੀ ਘਾਤ 2 6 गुना 10 ਦੀ ਘਾਤ 1 प्लस 1 गुना 10 ਦੀ ਘਾਤ 0। ਮੈਨੂੰ ਪਤਾ ਤੁਸੀਂ ਮੇਰੇ ਤੋਂ ਪਹਿਲੇ ਕਰ ਚੁੱਕੇ ਹੋ पर मैं तो समझाना भी है ना। तो ए देखो बाकी बच्चे सारे समझ आ गई होगी। 4 गुना 10 की घात 4 प्लस 7 गुना 10 की घात 3 प्लस 5 गुना 10 की घात 2 प्लस 6 गुना 10 की घात 1 प्लस 1 गुना 10 की घात 0। सो असी कुछ नहीं करना, असी सिर्फ अंका दा स्थानक मुल पता करना है, उन्हां दी प्लेस वैल्यू पता करनी है और फटाफट उन्हां नूं असी एक्सपेंड करते जाना है और यह साडे कोल की आ जाएगा संख्यावां दा विस्तृत रूप। आओ बेटा असी अगला सवाल करिए हुण। तो साडे कोल संख्या दिती हुई है 2,79,404। सो 2 दा स्थानक मूल साडे कोल 2 लिख के अंक गिनो 1 2 3 4 5 1 2 3 4 5। सो साडे कोल 2 लाख आ गया। ओदे बाद 7 लिख के 1 2 3 4 1 2 3 4। ओदे बाद 9 लिख के 1 2 3 1 2 3 प्लस 4 लिख के 0 0 400 आ जाएगा। उसके बाद प्लस 0 और प्लस की आ जाएगा साडे कोल 4 आ जाएगा बेटा। सो असी इनू फर्दर लिखते हैं 2 गुना 1 1 2 3 4 5 1 2 3 4 5। सो 2 गुना 1 लाख आ गया प्लस 7 गुना क्योंकि 70,000 है 10,000 नाल गुना करांगे 1 2 3 4 ए की बन गया 10,000 प्लस 9 नु किदे नाल करांगे 1,000 दे नाल प्लस साडे कोल की है हुण बेटा 400 4 गुना 100 प्लस 0 देखो केड़े स्थान पे है 0 है 10 दहाई दे स्थान पे 10th प्लेस पे है। सो 0 नु किदे नाल मल्टीप्लाई करांगे असी 10 दे नाल प्लस 4 गुना 1 ते ए साडे कोल बन जाएगा बेटा 2 गुना हुण असी 10 दी घात लिखांगे 10 दी पावर 1 2 3 4 5 10 दी पावर कितनी आ गई 5 प्लस 7 गुना 1 2 3 4।
ਸੋ 10 ਦੀ ਘਾਤ ਕਿੰਨੀ ਆ ਗਈ ਸਾਡੇ ਕੋਲ 4 ਪਲੱਸ 9 ਗੁਣਾ 10 ਦੀ ਘਾਤ ਸਾਡੇ ਕੋਲ ਕਿੰਨੀ ਆ ਗਈ 3 ਪਲੱਸ 4 ਗੁਣਾ 10 ਦੀ ਘਾਤ ਸਾਡੇ ਕੋਲ 2 ਆ ਗਈ ਔਰ ਇੱਥੇ 0 ਗੁਣਾ 10 ਦੀ ਘਾਤ ਸਾਡੇ ਕੋਲ ਕਿੰਨੀ ਆ ਜਾਏਗੀ 1 ਪਲੱਸ 4 ਗੁਣਾ 10 ਦੀ ਘਾਤ 0 ਕਿਉਂਕਿ ਉੱਥੇ ਕੀ ਹੈ 1 ਹੈ 1 ਹੈ ਸੋ 1 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ 10 ਦੀ ਘਾਤ 0 ਜੋ ਕਿ ਕਿਹਦੇ ਬਰਾਬਰ ਹੁੰਦੀ ਹੈ 1 ਦੇ ਬਰਾਬਰ ਹੁੰਦੀ ਹੈ। तो ਇਹ ਸਾਡੇ ਕੋਲ 2,79,404 ਦਾ ਕੀ ਸੀਗਾ ਵਿਸਤ੍ਰਿਤ ਰੂਪ ਹੈ ਐਕਸਪੈਂਡਡ ਫਾਰਮ ਹੈ ਬੇਟਾ। आओ बेटा ਅਸੀਂ ਹੁਣ ਸੰਖਿਆਵਾਂ ਦੇ ਜੇ ਵਿਸਤ੍ਰਿਤ ਰੂਪ ਦਿੱਤਾ ਹੋਇਆ ਹੈ ਉਹਦੀ ਐਕਸਪੈਂਡਡ ਫਾਰਮ ਦਿੱਤੀ ਹੋਈ ਹੈ ਤੇ ਉਸ ਵਿਸਤ੍ਰਿਤ ਰੂਪ ਦੀ ਕਿਹੜੀ ਸੰਖਿਆ ਬਣੇਗੀ आओ ਅਸੀਂ ਉਹ ਸੰਖਿਆ ਪਤਾ ਕਰੀਏ। ਤੁਹਾਡੇ ਸਾਹਮਣੇ ਦਿੱਤਾ ਹੋਇਆ ਹੈ 8 ਗੁਣਾ 10 ਦੀ ਘਾਤ 4 जमा 6 गुना 10 ਦੀ ਪਾਵਰ 3 जमा 0 गुना 10 ਦੀ ਪਾਵਰ 2 जमा 4 गुना 10 ਦੀ ਪਾਵਰ 1 जमा 5 गुना 10 ਦੀ ਪਾਵਰ 0। ਸੋ 8 ਗੁਣਾ 10 ਦੀ ਘਾਤ 4 ਦਿੱਤੀ ਹੋਈ ਹੈ ਇਹਦਾ ਮਤਲਬ ਕੀ ਹੈ ਮੈਂ 1 ਲਿਖ ਕੇ ਅੱਗੇ 4 ਜ਼ੀਰੋਜ਼ ਲਗਾਵਾਂਗਾ ਬੇਟਾ 1 2 3 4 ਉਸ ਤੋਂ ਬਾਅਦ 6 ਗੁਣਾ 10 ਦੀ ਘਾਤ 3 ਹੈ ਸੋ 10 ਦੀ ਘਾਤ 3 ਦਾ ਕੀ ਮਤਲਬ ਹੈ 10 ਗੁਣਾ 10 ਗੁਣਾ 10 ਸੋ 10 ਗੁਣਾ 10 100 ਦਾ ਕੀ ਬਣ ਜਾਂਦਾ ਬੇਟਾ 1000। ਇਹਦਾ ਮਤਲਬ ਕੀ ਹੈ ਕਿ ਆਪਾਂ 1 ਲਿਖ ਕੇ ਕਿੰਨੀ ਜ਼ੀਰੋਜ਼ ਲਗਾ ਦੇਣੀ ਹੈ ਮੈਂ 3 ਜ਼ੀਰੋਜ਼ ਲਗਾ ਦੇਣੀ ਹੈ ਪਲੱਸ 0 ਗੁਣਾ 10 ਦੀ ਘਾਤ 2 10 ਦਾ ਕੀ ਬਣੇਗਾ 100 बनेगा बेटा प्लस 4 गुना 10 ਦੀ ਘਾਤ 1 यानी कि 10 प्लस 5 गुना 10 ਦੀ ਘਾਤ 0 ਇਹ ਕੀ ਬਣ ਜਾਂਦਾ ਹੈ ਸਾਡੇ ਕੋਲ 1 ਬਣ ਜਾਂਦਾ ਹੈ। ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਾ ਹਾਂ ਬੇਟਾ ਕਿ ਕਿਸੇ ਵੀ ਸੰਖਿਆ ਦੀ ਪਾਵਰ ਜੇ 0 ਹੋਵੇ ਉਹ ਕਿਹਦੇ ਬਰਾਬਰ ਹੁੰਦੀ ਹੈ 1 ਦੇ ਬਰਾਬਰ ਹੁੰਦੀ ਹੈ। ਸੋ ਉਸ ਤੋਂ ਬਾਅਦ 8 ਨੂੰ ਜਦੋਂ ਅਸੀਂ ਇਹਦੇ ਨਾਲ ਗੁਣਾ ਕਰਾਂਗੇ 10000 ਦੇ ਨਾਲ ਗੁਣਾ ਕਰਾਂਗੇ ਤੇ ਇਹ ਕੀ ਬਣ ਜਾਏਗਾ 80000 ਬਣ ਜਾਏਗਾ 8 ਏਕਮ 8 ਅੱਗੇ ਸਾਡੇ ਕੋਲ ਕਿੰਨੀ ਜ਼ੀਰੋਜ਼ ਆ ਜਾਣਗੀਆਂ 4 ਜ਼ੀਰੋਜ਼ ਆ ਜਾਣਗੀਆਂ। ਫਿਰ 6 ਨੂੰ ਅਸੀਂ 1000 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ ਕੀ ਆ ਜਾਏਗਾ 6000 ਆ ਜਾਏਗਾ। 0 ਨੂੰ 100 ਨਾਲ ਗੁਣਾ ਕਰਾਂਗੇ ਤੇ ਕੀ ਆ ਜਾਏਗਾ 0। ਜਦੋਂ ਅਸੀਂ ਕਿਸੇ ਵੀ ਸੰਖਿਆ ਨੂੰ 0 ਨਾਲ ਗੁਣਾ ਕਰਦੇ ਹਾਂ ਤੇ ਸਾਡੇ ਕੋਲ ਜਵਾਬ ਕੀ ਆਂਦਾ ਹੈ 0 ਆਂਦਾ ਹੈ ਬੇਟਾ। ਉਸ ਤੋਂ ਬਾਅਦ 4 ਦਾ ਕਿੰਨਾ ਹੁੰਦਾ 40 और 5 ਏਕਮ ਕੀ ਹੋ ਜਾਏਗਾ 5 ਹੋ ਜਾਏਗਾ ਬੱਚੇ। ਠੀਕ ਹੈ ਹੁਣ ਅਸੀਂ ਇਹਨਾਂ ਨੂੰ ਜੋੜਨਾ ਹੈ। ਸੋ ਜੋੜਨ ਵੇਲੇ ਬੇਟਾ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹ ਦੇਖੋ ਤੁਸੀਂ ਸਾਰੇ ਕਈ ਬੱਚੇ ਅਕਸਰ ਗਲਤੀ ਕਰ ਦਿੰਦੇ ਆ ਇਹ 80000 ਹੈ और 6000 ਨੂੰ ਜੋੜਨਾ ਤੇ ਕਿੱਥੇ ਲਿਖ ਦਿੰਦੇ ਆ ਇੱਥੇ और ਸਾਡਾ ਜਵਾਬ ਜਿਹੜਾ ਹੈ ਉਹ ਕੀ ਹੋ ਜਾਂਦਾ ਹੈ ਬੇਟਾ ਗਲਤ ਹੋ ਜਾਂਦਾ ਹੈ। ਜੋੜਨ ਲੱਗੇ ਅਸੀਂ ਧਿਆਨ ਰੱਖਣਾ ਹੈ ਅਸੀਂ ਹਮੇਸ਼ਾ ਸੰਖਿਆ ਨੂੰ ਇੱਥੋਂ ਲਿਖਦੇ ਹਾਂ ਬੇਟਾ ਇਕਾਈ ਸਥਾਨ ਦੇ ਨੀਚੇ ਇਕਾਈ ਦਹਾਈ ਦੇ ਨੀਚੇ ਦਹਾਈ ਵਾਲਾ ਸੰਖਿਆ ठीक है और सैकड़े के नीचे सैकड़ा और इत्थे की आ जाएगा 6000 आ जाएगा बेटा। 0 है 0 चाहे लिखनी है लिखो 0 नहीं लिखनी ना लिखो कोई फर्क नहीं पैंदा जे लिखना चाहते हो लो 0 भी लिख देने फिर की है 40 साडे कोल की आ गया 40 और इत्थे की आ गया 5। सो पुत्र जी ए देखो तुहाडे सामने है असी इन्हां नूं की करांगे सारियां नूं जोड़ांगे। सो साडे कोल है देखो सब तो पहले की आ जाएगा 5 आ गया 0 0 4 इत्थे की जमा करांगे 4 आ गया इन्हां दो 0 नाल की आ गया 0 आ गया 6 और 0 की बनेगा 6 बनेगा और साडे कोल की आ गया 86। सो साडी संख्या की बन गई बेटा 86045। सो 7वीं क्लास ਇਹਦੇ ਵਿੱਚ ਸਿਰਫ ਔਰ ਸਿਰਫ ਜੋੜਨ ਲੱਗੇ ਤੁਸੀਂ ਸੰਖਿਆਵਾਂ ਨੂੰ ਸਹੀ ਤਰੀਕੇ ਨਾਲ ਲਿਖਣਾ ਹੈ ਤੇ ਔਰ ਤੁਹਾਡਾ ਜੋੜ ਜਿਹੜਾ ਹੈ ਉਹ ਬਿਲਕੁਲ ਸਹੀ ਹੋ ਜਾਏਗਾ। ਜੇ ਤੁਸੀਂ ਕਿਸੇ ਵੀ ਸੰਖਿਆ ਨੂੰ ਆਪਣੀ ਥਾਂ ਤੋਂ ਇੱਧਰ ਉੱਧਰ ਲਿਖਦੇ ਹੋ ਤੇ ਤੁਹਾਡੇ ਨੂੰ ਸਹੀ ਜਵਾਬ ਨਹੀਂ ਮਿਲੇਗਾ। ਸੋ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਇੱਕ ਵਾਰ ਫਟਾਫਟ ਫੇਰ ਸਮਝ ਲੈਂਦੇ ਆ। 10 ਦੀ ਘਾਤ 4 ਸੀ 1 ਲਿਖ ਕੇ 4 0 10000 ਆ ਗਿਆ 10 ਦੀ ਘਾਤ 3 ਸੀ 1000 ਆ ਗਿਆ 10 ਦੀ ਘਾਤ 2 ਸੀ ਇੱਥੇ 100 ਆ ਗਿਆ 10 ਦੀ ਘਾਤ 1 ਯਾਨੀ ਕਿ 10 और 10 ਦੀ ਘਾਤ 0 ਯਾਨੀ ਕਿ 1 ਆ ਗਿਆ ਬੇਟਾ। ਸੋ ਅਸੀਂ 8 ਨੂੰ ਇਹਦੇ ਨਾਲ ਗੁਣਾ ਕੀਤਾ 80000 6 ਨੂੰ ਗੁਣਾ ਕੀਤਾ 6000 ਇੱਥੇ 0 40 और 5 और ਇਹਨਾਂ ਸਾਰਿਆਂ ਨੂੰ ਜੋੜਿਆ ਤੇ ਸਾਡੇ ਕੋਲ ਜਵਾਬ ਕੀ ਆ ਗਿਆ 86045। ਬੇਟਾ ਅਸੀਂ ਸੰਖਿਆਵਾਂ ਦੇ ਵਿਸਤ੍ਰਿਤ ਰੂਪ ਬਾਰੇ
ਉਹਨਾਂ ਦੀ ਐਕਸਪੈਂਡਡ ਫਾਰਮ ਬਾਰੇ ਅੱਛੀ ਤਰ੍ਹਾਂ ਸਮਝ ਚੁੱਕੇ ਆ ਤੇ ਆਓ ਕੁਝ ਅਸੀਂ ਇਹਦੀ ਰਿਵੀਜ਼ਨ ਕਰ ਲਈਏ। ਇਹ ਤੁਹਾਡੇ ਸਾਹਮਣੇ ਮਿਲਾਨ ਕਰਨ ਵਾਸਤੇ ਸਵਾਲ ਦਿੱਤੇ ਹੋਏ ਆ। ਇਹ 4 ਸਵਾਲ ਇੱਧਰ ਦਿੱਤੇ ਆ ਔਰ ਉਹਨਾਂ ਦੇ ਜਵਾਬ ਜਿਹੜੇ ਆ ਉਹ ਹੈ ਰਾਈਟ ਸਾਈਡ ਤੇ ਤੁਹਾਨੂੰ ਦਿੱਤੇ ਹੋਏ ਆ। ਤੁਸੀਂ ਇਹਨਾਂ ਦਾ ਸਹੀ ਜਵਾਬ ਨਾਲ ਮਿਲਾਨ ਕਰਨਾ ਹੈ ਤੇ ਫਟਾਫਟ ਆਪਣੀ ਕਾਪੀ ਲਓ ਤੇ ਇਹਨਾਂ ਸਵਾਲਾਂ ਦਾ ਜਿਹੜਾ ਆਨਸਰ ਹੈ ਉਹਨਾਂ ਦੇ ਨਾਲ ਉਹਨਾਂ ਦਾ ਮਿਲਾਨ ਕਰੋ।